ਧਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਰੂਪ ਸਤ ਸੰਗਤ ਜੀਓ। ਰਚਨਾ ਨੂੰ ਕਰੋ ਪਵਿੱਤਰ, ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬਹੁਤ ਹੀ ਵਡਭਾਗੇ ਜੀ ਜੋ ਸਤਸੰਗ ਦੇ ਵਿੱਚ ਇਕੱਤਰ ਹੋ ਕੇ ਉਸ ਪਿਤਾ ਪਰਮਾਤਮਾ ਦੀ ਸਿਮਰਨ ਅਕਥ ਕਥਾ ਨਾਲ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਆ ਅਤੇ ਆਪਣੇ ਸੁਆਸਾਂ ਨੂੰ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕਰਦੇ ਹੈ। ਗੁਰਮੁਖ ਪਿਆਰਿਓ, ਦਾਸ ਅੱਜ ਆਪਣੀ ਜ਼ਿੰਦਗੀ ਦਾ ਨਿੱਜੀ ਪ੍ਰੈਕਟੀਕਲ ਸੰਗਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਸੰਗਤਾਂ ਦੀ ਮੰਗ ਸੀ, ਵਾਰ-ਵਾਰ ਸੰਗਤਾਂ ਕਹਿ ਰਹੀਆਂ ਸੀ ਕਿ ਵੀਰ ਜੀ ਤੁਸੀਂ ਵੀ ਆਪਣਾ ਪ੍ਰੈਕਟੀਕਲ ਸ਼ੇਅਰ ਕਰੋ। ਗੁਰਮੁਖ ਪਿਆਰਿਓ, ਅੱਜ ਤੋਂ ਅਕਤੂਬਰ 2019 ਦੇ ਵਿੱਚ ਦਾਸ ਨੇ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਸੀ 15 ਕੁ ਗੁਰਮੁਖਾਂ ਦਾ, ਜਿਸ ਗਰੁੱਪ ਦਾ ਨਾਂ ਰੱਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ। ਉਸ ਗਰੁੱਪ ਦੇ ਵਿੱਚ ਅਸੀਂ ਫੋਨ ਟੂ ਫੋਨ 3-3 4-4 ਫੋਨ ਜੋੜ ਕੇ ਇੱਦਾਂ 10-12 ਗੁਰਮੁਖ ਅਕਥ ਕਥਾ ਕਰਦੇ ਸੀ ਅਤੇ ਸਿਮਰਨ ਅਭਿਆਸ ਕਰਦੇ ਸੀ। ਮਾਲਕ ਦੀ ਅਹੀ ਜੀ ਅਪਾਰ ਕਿਰਪਾ ਹੋਈ। ਜੁੜਦੇ ਗੁਰਮੁਖੋ ਅੱਜ ਤਕਰੀਬਨ 650-700 ਦੇ ਲਗਭਗ ਗੁਰਮੁਖ ਜੁੜ ਚੁੱਕੇ ਹੈ ਗਰੁੱਪ ਦੇ ਵਿੱਚ। ਗਰੁੱਪ ਦੇ 4 ਚੈਨਲ ਬਣਾ ਲਏ ਗਏ। 4 ਚੈਨਲਾਂ ਦੇ ਵਿੱਚੋਂ ਇੱਕ ਚੈਨਲ ਦੇ ਉੱਤੇ ਤੇ ਦਿਨ ਰਾਤ 24 ਘੰਟੇ ਸਿਮਰਨ ਵੀ ਹੁੰਦਾ ਹੈ। ਟਾਈਮ ਟੂ ਟਾਈਮ ਅਕਥ ਕਥਾ ਤੇ ਵਿਚਾਰ ਵੀ ਹੁੰਦੀ ਹੈ। ਸੰਗਤਾਂ ਦੇ ਕੁਐਸਚਨ ਤੇ ਆਨਸਰ ਦੇ ਜਵਾਬ ਵੀ ਦਿੱਤੇ ਜਾਂਦੇ ਹਨ ਅਤੇ ਸੰਗਤਾਂ ਦੇ ਪ੍ਰੈਕਟੀਕਲ ਵੀ ਗੁਰਮੁਖ ਪਿਆਰਿਓ ਸਾਂਝੇ ਕੀਤੇ ਜਾਂਦੇ ਹਨ। ਬਾਕੀ ਜੋ 3 ਚੈਨਲ ਨੇ ਉਹਨਾਂ 'ਤੇ ਸਵੇਰੇ 4 ਵਜੇ ਤੋਂ ਲੈ ਕੇ ਸਿਮਰਨ ਆਰੰਭ ਹੋ ਜਾਂਦਾ ਹੈ। ਰਾਤ ਦੇ 10 ਵਜੇ ਤੱਕ ਕੰਟੀਨਿਊ ਸਿਮਰਨ ਚੱਲਦਾ ਹੈ, ਜੋ ਕਿ ਅੱਧੇ ਘੰਟੇ ਦੀ ਗੁਰਮੁਖਾਂ ਦੀ ਵਾਰੀ ਹੈ। ਗੁਰਮੁਖ ਆਪਣੇ ਆਪ ਹੀ ਅੱਧੇ ਘੰਟੇ ਬਾਅਦ ਵਾਰੀ ਚੇਂਜ ਕਰ ਲੈਂਦੇ ਆ। ਬੜੀ ਹੀ ਅਪਾਰ ਕਿਰਪਾ ਹੈ ਉਸ ਮੇਰੇ ਮਾਲਕ ਦੀ। ਉਸ ਤੋਂ ਪਹਿਲਾਂ ਜਦੋਂ ਸੰਗਤਾਂ ਦੀ ਹੁਣ ਆਪਾਂ ਪ੍ਰੈਕਟੀਕਲ ਸੁਣਦੇ ਸੀ, ਵਾਰ-ਵਾਰ ਸੰਗਤਾਂ ਦਾਸ ਨੂੰ ਵੀ ਕਹਿੰਦੀਆਂ ਸੀ ਕਿ ਵੀਰ ਜੀ ਤੁਸੀਂ ਵੀ ਪ੍ਰੈਕਟੀਕਲ ਸੁਣਾਓ, ਵੀਰ ਜੀ ਤੁਸੀਂ ਆਪਣਾ ਵੀ ਪ੍ਰੈਕਟੀਕਲ ਸੁਣਾਓ, ਸਾਡੇ ਕੋਲੋਂ ਰੋਜ਼ ਸੁਣਦੇ ਹੋ। ਇਸ ਕਰਕੇ ਦਾਸ ਨੇ ਵਿਚਾਰ ਕੀਤਾ ਕਿ ਅੱਜ ਸੰਗਤਾਂ ਦੇ ਨਾਲ ਪ੍ਰੈਕਟੀਕਲ ਸਾਂਝਾ ਕੀਤਾ ਜਾਵੇ। ਗੁਰਮੁਖ ਪਿਆਰਿਓ, ਜਨਵਰੀ 2016 ਦੀ ਤਕਰੀਬਨ ਗੱਲ ਹੈ ਕਿ ਦਾਸ ਨੂੰ ਆਪਣੀ ਰਿਸ਼ਤੇਦਾਰੀ ਬਠਿੰਡਾ ਮਾਸੀ ਜੀ ਹੈ, ਉੱਥੇ ਜਾਣਾ ਪੈ ਗਿਆ। ਅਚਾਨਕ ਮਾਸੜ ਜੀ ਸਵਰਗਵਾਸ ਹੋ ਗਏ। ਉਹਨਾਂ ਦੇ ਕੋਲ 5-4 ਦਿਨ ਰਹਿਣ ਦਾ ਸਮਾਂ ਮਿਲਿਆ। ਉੱਥੇ ਉਹਨਾਂ ਦੇ ਰਿਸ਼ਤੇਦਾਰ ਮਾਸੀ ਜੀ ਦੇ ਜਵਾਈ ਜੀ ਭਾਈ ਜੁਗਰਾਜ ਸਿੰਘ ਜੀ ਮਲੋਟ, ਜਿਨ੍ਹਾਂ ਦੇ ਨਾਲ ਮੇਰੀ ਪਹਿਲੀ ਵਾਰ ਮੁਲਾਕਾਤ ਹੋਈ ਸੀ। ਗੁਰਮੁਖ ਪਿਆਰਿਓ, ਉਹ ਗੁਰਮੁਖ ਰੱਬ ਦਾ ਰੂਪ ਸਨ ਅਤੇ ਗੁਰਦੁਆਰਾ ਪਰਮ ਮਿਲਨੇ ਕਾ ਚਾਓ ਦੇ ਵਿੱਚੋਂ ਉਹਨਾਂ ਨੇ ਸਿਮਰਨ ਅਭਿਆਸ ਕਰਕੇ ਸੰਤ ਸਿਪਾਹੀ ਦਾ ਸਰਟੀਫਿਕੇਟ ਉਹਨਾਂ ਦੇ ਕੋਲ ਸੀ। ਉਹਨਾਂ ਨੇ ਉੱਥੇ ਰਹਿ ਕੇ ਨਾਮ ਦ੍ਰਿੜ ਕੀਤਾ ਸੀ, ਅਭਿਆਸ ਕੀਤਾ ਸੀ ਅਤੇ ਅਕਥ ਕਥਾ ਵਿਚਾਰ ਦੀ ਕਹਾਣੀ ਵੀ ਦ੍ਰਿੜ ਕੀਤੀ ਸੀ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਿਤਾ ਪਰਮੇਸ਼ਰ ਦੇ ਨਾਲ ਮਿਲਾਪ ਸੀ ਉਹਨਾਂ ਗੁਰਮੁਖਾਂ ਦਾ। ਗੁਰਮੁਖੋ ਦਾਸ ਨੂੰ ਨਹੀਂ ਪਤਾ ਸੀ ਇਹਨਾਂ ਦੀ ਅਵਸਥਾ ਬਾਰੇ ਕਿ ਕਿੰਨੀ ਉੱਚੀ ਅਵਸਥਾ ਦੇ ਮਾਲਕ ਨੇ। ਮੇਰੇ ਭਾਵੇਂ ਵੇਖਣ ਨੂੰ ਤਾਂ ਇੱਦਾਂ ਲੱਗਦੇ ਸੀ ਕਿ ਉਹ ਆਮ ਹੀ ਇੱਕ ਇਨਸਾਨ ਨੇ। ਜਦੋਂ ਉਹਨਾਂ ਦੇ ਨਾਲ ਪਹਿਲੀ ਵਾਰ ਗੱਲਬਾਤ ਸ਼ੁਰੂ ਹੋਈ
ਤਾਂ ਗੁਰਮੁਖੋ ਉਹਨਾਂ ਨੇ ਪੁੱਛਿਆ ਕਿ ਵੀਰ ਜੀ ਅੱਜ ਕੱਲ੍ਹ ਕੀ ਕਰਦੇ ਹੋ। ਆਮ ਜਿਹੜੀ ਆਪਣੀ ਕਹਾਣੀ ਹੁੰਦੀ ਹੈ ਦੱਸੀ ਕਿ ਗੁਰਮੁਖੋ ਅੱਜ ਤੱਕ ਬਹੁਤ ਕੁਝ ਕੀਤਾ ਜ਼ਿੰਦਗੀ ਦੇ ਵਿੱਚ। ਆਪਣੀ ਔਲਾਦ ਨੂੰ ਪਾਲਣ ਦੇ ਲਈ, ਆਪਣੇ ਘਰ ਨੂੰ ਉੱਚਾ ਚੁੱਕਣ ਦੇ ਲਈ ਜੋ ਮਾਂ ਬਾਪ ਕਰਦੇ ਹੈ, ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਅਤੇ ਆਰਮੀ ਦੇ ਵਿੱਚ ਰਿਟਾਇਰ ਹੌਲਦਾਰ ਸੀ। ਇੱਥੇ ਆ ਕੇ ਸ਼ਹਿਦ ਦੀਆਂ ਮੱਖੀਆਂ ਦਾ ਧੰਦਾ ਕੀਤਾ, ਬੜੇ ਦੂਰ ਦੂਰ ਤੱਕ ਮੱਖੀਆਂ ਲੈ ਕੇ ਜਾਂਦੇ ਰਹੇ। ਆੜ ਦੀ ਦੁਕਾਨ ਕੀਤੀ ਗੁਰਮੁਖ ਪਿਆਰਿਓ, ਅਤੇ ਰਾਜਨੀਤੀ ਕੀਤੀ, ਖੇਤੀ ਕੀਤੀ, ਬਹੁਤ ਕੁਝ ਕੀਤਾ। ਅਤੇ ਉਸ ਤੋਂ ਬਾਅਦ ਪਰ ਅਕਾਲ ਪੁਰਖ ਵਾਹਿਗੁਰੂ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਗੁਰਮੁਖੋ ਜਦੋਂ ਇਕੱਲਾ ਆਦਮੀ ਪੰਜ ਧੰਦੇ ਇਕੱਲਾ ਕਰਦਾ, ਕੋਈ ਹੈਲਪ ਵੀ ਕਿਸੇ ਦੀ ਨਹੀਂ, ਅਤੇ ਫਿਰ ਅਚਾਨਕ ਮਾਲਕ ਨੇ ਸੋਚਿਆ ਕਿ ਇਸ ਜੀਵ ਨੂੰ ਐਦਾਂ ਨਹੀਂ, ਇਸ ਨੇ ਸੁਧਰਨਾ, ਇਸ ਨੂੰ ਭੇਜਿਆ ਅਸੀਂ ਦੁਨੀਆ 'ਤੇ ਨਾਮ ਜਪਣ ਦੇ ਲਈ। ਸਾਡੀ ਬਾਰੀ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਪਰ ਇਹ ਜੀਵ ਨਾਮ ਨਹੀਂ ਜਪਦਾ। ਗੁਰਮੁਖ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਸੀ, ਮੇਰਾ ਮਾਲਕ ਜੋ ਕਰਦਾ ਸਭ ਸਹੀ ਕਰਦਾ, ਪਰ ਸਾਨੂੰ ਗਲਤ ਲੱਗਦਾ। ਦਾਸ ਨੂੰ ਅਟੈਕ ਹੋਇਆ, ਬ੍ਰੇਨ ਅਟੈਕ ਹੋਇਆ ਗੁਰਮੁਖ ਪਿਆਰਿਓ, ਜਿਸ ਦੇ ਨਾਲ ਦਾਸ ਨੂੰ ਪੈਰਾਲਾਈਜ਼ ਭਾਵ ਅਧਰੰਗ ਹੋ ਗਿਆ। ਜ਼ੁਬਾਨ ਵੀ ਬੰਦ ਹੋ ਗਈ ਬਿਲਕੁਲ, ਸਾਰਾ ਪਾਸਾ ਵੀ ਖੜ ਚੁੱਕਾ ਸੀ, ਮੂੰਹ ਵੀ ਬੰਦ ਹੋ ਚੁੱਕਾ ਸੀ। 3 ਦਿਨਾਂ ਦੇ ਲਈ ਜ਼ੁਬਾਨ ਵੀ ਬੰਦ ਸੀ। ਪਰ ਉਸ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਗਈ, ਥੋੜ੍ਹਾ ਥੋੜ੍ਹਾ ਅੱਜ ਕੁਛ ਕੱਲ੍ਹ ਕੁਝ ਕਾਫੀ ਹੱਦ ਤੱਕ ਸਰੀਰ ਠੀਕ ਹੋ ਗਿਆ। ਇਹ ਗੱਲ ਹੈ ਸੰਨ 12 ਦੀ। ਸੰਨ 16 ਦੇ ਵਿੱਚ ਮੈਂ ਉਸ ਗੁਰਮੁਖ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਨੂੰ ਮਿਲਿਆ। ਉਸ ਤੋਂ ਬਾਅਦ ਗੁਰਮੁਖੋ ਉਹਨਾਂ ਨੂੰ ਕਹਾਣੀ ਦੱਸੀ ਤਾਂ ਉਹਨਾਂ ਨੇ ਕਿਹਾ, ਵੀਰ ਜੀ ਤੁਸੀਂ ਬਹੁਤ ਕੁਝ ਕਰ ਲਿਆ ਜ਼ਿੰਦਗੀ ਦੇ ਵਿੱਚ, ਭਾਗਾਂ ਵਾਲੇ ਹੋ, ਮਾਲਕ ਨੇ ਤੁਹਾਨੂੰ ਬਚਾ ਲਿਆ। ਅਜੇ ਵੀ ਤੁਹਾਡੇ ਕੋਲੇ ਸਵਾਸ ਹੈ, ਇਹਨਾਂ ਸਵਾਸਾਂ ਨੂੰ ਸਫਲ ਕਰ ਲਓ। ਇਹਨਾਂ ਸਵਾਸਾਂ ਦੇ ਨਾਲ ਉਹ ਕੰਮ ਕਰ ਲਓ ਜੋ ਆਪਾਂ ਕਰਨ ਆਏ ਹਾਂ। ਕੀ ਕਰਨ ਆਏ ਹਾਂ? ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਇਹ ਕੰਮ ਕਰਨ ਆਏ ਹਾਂ, ਤੁਸੀਂ ਇਹ ਕਰ ਲਓ। ਗੁਰਮੁਖੋ ਉਸ ਵੇਲੇ ਸੱਚ ਜਾਣਿਓ, ਇਹ ਐਦਾਂ ਹੀ ਗੱਲਾਂ ਹੀ ਲੱਗਦੀਆਂ ਸੀ ਕਿ ਇਹਨਾਂ ਲੋਕਾਂ ਦੀਆਂ ਗੱਲਾਂ ਨੇ। ਮਾਲਕ ਨੂੰ ਮਿਲਣਾ ਕਿਤੇ ਇੰਨਾ ਸੌਖਾ ਹੈ? ਕਿ ਰੱਬ ਕਿਤੇ ਇੱਦਾਂ ਹੀ ਮਿਲ ਜੂਗਾ? ਨਹੀਂ, ਰੱਬ ਨੂੰ ਤਾਂ ਪਤਾ ਨਹੀਂ, ਕੋਈ ਸਾਧੂ, ਕੋਈ ਸੰਤ ਜਾਂ ਭਗਤ ਇਹ ਹੀ ਮਿਲ ਸਕਦੇ ਹੈ, ਆਪਾਂ ਨਹੀਂ ਮਿਲ ਸਕਦੇ। ਔਰ ਸਾਡੇ ਵਰਗੇ ਪਾਪੀ ਜਿਹੜੇ ਬਿਮਾਰੀਆਂ ਦੇ ਮਾਰੇ ਹੋਣ, ਉਹ ਕਿੱਥੋਂ ਮਿਲ ਸਕਦੇ ਆ? ਪਰ ਨਹੀਂ ਗੁਰਮੁਖ ਪਿਆਰਿਓ, ਮੇਰੇ ਦਾਤੇ ਦੀ ਖੇਲ ਹੈ ਨਾ ਜੋ ਬੜੇ ਹੀ ਨਿਰਾਲੀ ਹੈ, ਬੜੇ ਕੌਤਕ ਨੇ ਮੇਰੇ ਮਾਲਕ ਦੇ। ਸੱਚ ਜਾਣਿਓ, ਜੋ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਲਿਖੇ ਹੈ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਮੁਖੋ ਉਹ ਕਹਾਣੀ ਬਿਲਕੁਲ ਸੱਚ ਹੈ। ਮੈਨੂੰ ਉਹਨਾਂ ਗੁਰਮੁਖਾਂ ਨੇ ਕਹਾਣੀ ਸਮਝਾਉਣੀ ਸ਼ੁਰੂ ਕੀਤੀ ਆਪਣੇ ਮਨ ਦੀ। ਅਸੀਂ ਕਿੱਥੋਂ ਆਏ ਹਾਂ, ਕੀ ਕਰਨ ਆਏ ਹਾਂ, ਕਿੱਧਰ ਨੂੰ ਜਾਣਾ ਹੈ। ਦਾਸ ਨੇ ਉਹਨਾਂ ਦੀ ਕਹਾਣੀ ਸੁਣਦੇ 15 ਕੁ ਮਿੰਟ ਗੁਰਮੁਖ ਪਿਆਰਿਓ ਉਹਨਾਂ ਦੇ ਨਾਲ ਕਿੰਤੂ ਪਰੰਤੂ ਕੀਤਾ। ਉਹਨਾਂ ਨੂੰ ਟੋਕ ਟਕਾਈ ਵੀ ਕੀਤੀ। ਕਿਉਂ ਕੀਤੀ? ਕਿਉਂਕਿ ਆਪਣੇ ਆਪ ਨੂੰ ਬੜਾ ਚਲਾਕ ਸਮਝਦਾ ਸੀ, ਆਪਣੇ ਆਪ ਨੂੰ ਬੜਾ ਤੇਜ਼ ਸਮਝਦਾ ਸੀ। ਹਾਰ ਮੰਨਣੀ ਗੁਰਮੁਖ ਪਿਆਰਿਓ ਹਰ ਇੱਕ ਜੀਵ ਦੇ ਵੱਸ ਦੀ ਗੱਲ ਨਹੀਂ। ਇਸ ਕਰਕੇ ਨਹੀਂ ਚਾਹੁੰਦਾ ਸੀ ਕਿ ਮੈਂ ਹਾਰ ਮੰਨਾਂ, ਇਹ ਮੇਰੇ ਸਾਹਮਣੇ ਉੱਚੇ ਹੋਣ। ਇਸ ਕਰਕੇ ਗੁਰਮੁਖ ਪਿਆਰਿਓ ਜਦੋਂ ਨਾ ਹਾਰ ਮੰਨਣ ਵਾਲੀ ਗੱਲ 15 ਕੁ ਮਿੰਟ ਗੱਲਬਾਤ ਕੀਤੀ, 15 ਮਿੰਟਾਂ ਤੋਂ ਬਾਅਦ ਦਾਸ ਦੇ ਦਿਮਾਗ ਦੇ ਵਿੱਚ ਆਇਆ ਕਿ ਭਲਿਆ ਇਸ ਜੀਵ ਦੇ ਕੋਲ ਕੁਝ ਨਾ ਕੁਝ ਹੈ। ਇਹ ਜੀਵ ਲੋਕਾਂ ਦੀਆਂ ਗੱਲਾਂ ਜੋ ਕਰ ਰਹੇ, ਆਮ ਜੋ ਗਿਆਨੀ ਧਿਆਨੀ ਗੱਲਾਂ ਕਰਦੇ ਹੈ, ਉਹਨਾਂ ਤੋਂ ਅਲੱਗ ਗੱਲ ਕਰਦੇ ਆ। ਇਹ ਕੋਈ ਮਨ ਦੀ ਗੱਲ ਕਰਦੇ ਹੈ, ਇਹ ਕੋਈ ਖੇਲ ਦੀ ਗੱਲ ਕਰਦੇ ਆ। ਜੋ ਅੱਜ ਤੱਕ
ਸੁਣਦੇ ਹਾਂ, ਵਿਚਾਰਾਂ ਸੁਣਦੇ ਹਾਂ ਕਥਾਵਾਚਕਾਂ ਕੋਲੋਂ, ਕੀਰਤਨੀਆਂ ਕੋਲੋਂ, ਉਹ ਤਾਂ ਗੱਲ ਹੀ ਨਹੀਂ ਕਰ ਰਹੇ। ਇਹ ਤਾਂ ਗੱਲ ਕੋਈ ਅੰਦਰ ਦੀ ਕਰਦੇ ਆ, ਇਹ ਤਾਂ ਗੱਲ ਨਾਮ ਦੀ ਕਰਦੇ ਆ, ਇਹ ਤਾਂ ਗੱਲ ਅੰਮ੍ਰਿਤ ਰਸ ਦੀ, ਹਰ ਰਸ ਦੀ, ਨਾਮ ਰਸ ਦੀ ਗੱਲ ਕਰਦੇ ਆ। ਮਨਾ ਜੇ ਕੁਝ ਲੈਣਾ ਤਾਂ ਚੁੱਪ ਹੋ ਜਾ, ਮਨਾ ਚੁੱਪ ਹੋ ਜਾ ਗੁਰਮੁਖੋ। ਉਹ ਗੱਲ ਯਾਦ ਆ ਗਈ ਜੋ ਗੁਰਬਾਣੀ ਦੇ ਵਿੱਚ ਆਨੰਦ ਸਾਹਿਬ ਦੇ ਵਿੱਚ ਲਿਖਿਆ ਹੈ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਤੂੰ ਚਤੁਰਾਈ ਛੱਡ ਦੇ ਮਨਾ। ਗੁਰਮੁਖ ਪਿਆਰਿਓ, 15 ਮਿੰਟਾਂ ਬਾਅਦ ਦਾਸ ਬਿਲਕੁਲ ਸ਼ਾਂਤ ਹੋ ਗਿਆ, ਚੁੱਪ ਹੋ ਗਿਆ। ਉਸ ਗੁਰਮੁਖ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਅਤੇ ਦਾਸ ਨੇ ਸੁਣਨੀ ਸ਼ੁਰੂ ਕਰ ਦਿੱਤੀ। ਸਿਰਫ ਉਸ ਵੇਲੇ ਉਹ ਬੋਲਿਆ ਜਾਂਦਾ ਸੀ ਉਹਨਾਂ ਦੇ ਅੱਗੇ ਜਦੋਂ ਕਿਤੇ ਕਹਾਣੀ ਦੀ ਸਮਝ ਨਹੀਂ ਆਉਂਦੀ ਸੀ। ਉਸ ਵੇਲੇ ਉਹਨਾਂ ਨੂੰ ਪੁੱਛ ਕੇ ਰੋਕ ਕੇ ਪੁੱਛਿਆ ਜਾਂਦਾ ਸੀ, ਪਰ ਉੱਦਾਂ ਨਹੀਂ, ਉੱਦਾਂ ਮਨ ਦੇ ਵਿੱਚ ਵਿਸ਼ਵਾਸ ਆ ਗਿਆ ਸੀ, ਦ੍ਰਿੜ ਵਿਸ਼ਵਾਸ ਕਿ ਜੋ ਗੁਰਮੁਖ ਕਹਾਣੀ ਦੱਸ ਰਹੇ ਆ ਇਹ ਸੱਚ ਹੋ ਸਕਦੀ ਹੈ। ਗੁਰਮੁਖੋਂ ਮੈਨੂੰ ਦੱਸਿਆ ਗਿਆ ਕਿ ਆਪਣੇ ਅੰਦਰ ਅਨਹਦ ਸ਼ਬਦ ਵੱਜਦੇ ਹੈ, ਆਪਣੇ ਅੰਦਰ ਅਨਹਦ ਬਾਣੀ ਚੱਲਦੀ ਹੈ, ਆਪਣੇ ਅੰਦਰ ਸਹਿਜ ਧੁਨ ਚੱਲਦੀ ਹੈ, ਸ਼ਬਦ ਘਨੇਰੇ ਚੱਲਦੇ ਨੇ, ਨਾਦ ਚੱਲਦਾ, ਤੂਰ ਚੱਲਦਾ। ਫਿਰ ਗੁਰਮੁਖ ਪਿਆਰਿਓ ਦੱਸਿਆ ਗਿਆ ਆਪਣੇ ਅੰਦਰ 4 ਪ੍ਰਕਾਰ ਦਾ ਰਸ ਹੈ, ਹਰ ਰਸ, ਨਾਮ ਰਸ, ਅੰਮ੍ਰਿਤ ਰਸ, ਬ੍ਰਹਮ ਰਸ। ਫਿਰ ਉਹਨਾਂ ਨੇ ਦੱਸਿਆ ਕਿ ਆਪਾਂ ਉਸ ਪਿਤਾ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਕਰ ਸਕਦੇ ਹਾਂ, ਮਾਲਕ ਨੂੰ ਆਪਾਂ ਵੇਖ ਸਕਦੇ ਹਾਂ। ਗੁਰਮੁਖ ਪਿਆਰਿਓ, ਦਰਸ਼ਨ ਦੀਦਾਰੇ ਕਰ ਸਕਦੇ ਹਾਂ ਪਿਤਾ ਦੇ। ਬੜੀ ਹੈਰਾਨੀ ਹੁੰਦੀ ਸੀ ਜਦੋਂ ਇਹ ਗੱਲਾਂ ਸੁਣ ਰਿਹਾ ਸੀ। ਗੁਰਮੁਖ ਪਿਆਰਿਓ, ਜਦੋਂ 1 ਘੰਟਾ ਅਸੀਂ ਇਹ ਗੱਲਾਂ ਕੀਤੀਆਂ, 1 ਘੰਟੇ ਬਾਅਦ ਮਨ ਉਤਾਵਲੇ ਹੋ ਗਿਆ। ਗੁਰਮੁਖ ਪਿਆਰਿਓ, ਮਨ ਦੇ ਅੰਦਰ ਤਾਂਘ ਪੈਦਾ ਹੋ ਗਈ ਮਿਲਣ ਦੀ, ਮਨ ਦੇ ਅੰਦਰ ਮਿਲਣ ਦੀ ਤਾਂਘ ਪੈਦਾ ਹੋ ਗਈ। ਗੁਰਮੁਖ ਪਿਆਰਿਓ, ਅੱਧਾ ਘੰਟਾ ਉਹਨਾਂ ਗੁਰਮੁਖਾਂ ਨੇ ਹੋਰ ਲਾਇਆ ਤਾਂਘ ਦੇ ਵਿੱਚ, ਘੰਟਾ ਡੇਢ ਹੋ ਗਿਆ ਸੀ ਗੁਰਮੁਖਾਂ ਨੂੰ ਲੱਗਿਆਂ ਨੂੰ। ਫਿਰ ਰੋਕਣੇ ਪਏ ਗੁਰਮੁਖ, ਰੋਕ ਕੇ ਉਹਨਾਂ ਨੂੰ ਕਹਿਣਾ ਪਿਆ ਕਿ ਗੁਰਮੁਖੋ, ਜੋ ਤੁਸੀਂ ਦੱਸ ਰਹੇ ਹੋ ਸਭ ਸੱਚ ਹੈ, ਮੈਨੂੰ ਵਿਸ਼ਵਾਸ ਆ ਗਿਆ, ਮੈਨੂੰ ਯਕੀਨ ਆ ਗਿਆ, ਮੇਰਾ ਮਨ ਮੰਨ ਗਿਆ। ਜਦੋਂ ਮੈਂ ਆਖਿਆ ਉਹਨਾਂ ਨੂੰ ਮਨ ਮੰਨ ਗਿਆ ਤਾਂ ਉਹਨਾਂ ਨੇ ਫਿਰ ਇੱਕ ਸ਼ਬਦ ਸੁਣਾਇਆ, ਮਨ ਮਾਨਿਆ ਤਉ ਹਰ ਜਾਣਿਆ। ਉਹਨਾਂ ਨੇ ਦੱਸਿਆ ਕਿ ਜੇ ਮਨ ਮੰਨ ਗਿਆ ਤੁਸੀਂ ਉਸ ਮਾਲਕ ਨੂੰ ਜਾਣ ਲੈਣਾ, ਪਾ ਲੈਣਾ। ਫਿਰ ਗੁਰਮੁਖ ਪਿਆਰਿਓ, ਮੈਂ ਇੱਕੋ ਹੀ ਗੱਲ ਪੁੱਛੀ ਸੀ ਗੁਰਮੁਖਾਂ ਨੂੰ ਕਿ ਜੇ ਮੈਂ ਇਸ ਮੰਜ਼ਿਲ 'ਤੇ ਪਹੁੰਚਣਾ ਚਾਹਵਾਂ, ਜੇ ਮੈਂ ਉਹ ਹਰ ਰਸ, ਉਹ ਨਾਮ ਰਸ, ਅੰਮ੍ਰਿਤ ਰਸ ਪੀਣਾ ਚਾਹਾਂ, ਮੈਂ ਉਹਨਾਂ ਸ਼ਬਦਾਂ ਨੂੰ ਸੁਣਨੇ ਚਾਹਾਂ ਅਤੇ ਮੈਂ ਪਿਤਾ ਪਰਮਾਤਮਾ ਦੇ ਦਰਸ਼ਨ ਦੀਦਾਰੇ ਕਰਨੇ ਚਾਹਾਂ, ਤਾਂ ਮੈਨੂੰ ਕਿੰਨਾ ਸਮਾਂ ਲੱਗ ਸਕਦਾ ਹੈ। ਪਰ ਗੁਰਮੁਖੋ, ਉਸ ਵੇਲੇ ਉਹਨਾਂ ਗੁਰਮੁਖਾਂ ਨੇ ਇੱਕੋ ਹੀ ਜਵਾਬ ਦਿੱਤਾ ਕਿ ਤੁਹਾਡੇ ਪਿਆਰ 'ਤੇ ਨਿਰਭਰ ਹੈ, ਤੁਸੀਂ ਕਿੰਨੇ ਕੁ ਪਿਆਰ ਦੇ ਵਿੱਚ ਭਿੱਜ ਕੇ ਉਸ ਪਿਤਾ ਪਰਮੇਸ਼ਰ ਨੂੰ ਵਾਜਾਂ ਮਾਰਦੇ ਹੋ, ਕਿੰਨਾ ਕੁ ਤੁਹਾਡੇ ਅੰਦਰ ਤੜਫ ਹੈ ਮਿਲਣ ਦੀ, ਇਹ ਤਾਂ ਉਸ 'ਤੇ ਡਿਪੈਂਡ ਹੈ ਗੁਰਮੁਖੋ। ਪਰ ਦਾਸ ਨੇ ਜਵਾਬ ਦਿੱਤਾ ਸੀ ਕਿ ਮੈਂ ਨਹੀਂ ਪਿਆਰ ਜਾਣਦਾ, ਮੈਂ ਤਾਂ ਸਿਰਫ ਇਹ ਜਾਣਦਾ ਜਿੰਨੀ ਦੇਰ ਤੁਸੀਂ ਮੈਨੂੰ ਕਹੋਗੇ ਸਿਮਰਨ ਕਰ, ਮੈਂ ਉਨੀ ਦੇਰ ਕਰੂੰਗਾ, ਜਿੱਦਾਂ ਕਹੋਗੇ ਵੀ ਇੱਦਾਂ ਕਰ, ਮੈਂ ਉੱਦਾਂ ਹੀ ਕਰਦਾ ਰਹੂੰਗਾ। ਪਰ ਮੈਨੂੰ ਦੱਸੋ ਕਿ ਮੈਨੂੰ ਕਦੋਂ ਮਿਲ ਸਕਦੇ ਆ, ਕਿੰਨਾ ਸਮਾਂ ਲੱਗ ਸਕਦਾ। ਪਰ ਫਿਰ ਪਤਾ ਨਹੀਂ ਗੁਰਮੁਖੋ ਕੀ ਸੋਚ ਕੇ ਉਹਨਾਂ ਗੁਰਮੁਖਾਂ ਨੇ ਵਿਚਾਰ ਕੀਤੀ, ਮੈਨੂੰ ਕਹਿਣ ਲੱਗੇ ਕਿ ਘੱਟ ਤੋਂ ਘੱਟ 6 ਮਹੀਨੇ, ਵੱਧ ਤੋਂ ਵੱਧ 1 ਸਾਲ ਦੇ ਵਿੱਚ ਤੁਸੀਂ ਪਾਤਸ਼ਾਹ ਦੇ ਨਾਲ ਮਿਲਾਪ ਕਰ ਸਕਦੇ ਹੋ। ਗੁਰਮੁਖ ਪਿਆਰਿਓ, ਮੈਂ ਬੜਾ ਅਜੀਬ ਸੀ ਕਿ ਬਸ 1 ਸਾਲ ਦੇ ਵਿੱਚ, ਮੈਂ ਇਹਨਾਂ ਦੇ 6 ਮਹੀਨੇ ਵੀ ਭੁੱਲ ਗਿਆ। ਗੁਰਮੁਖ ਪਿਆਰਿਓ, ਗੁਰਮੁਖਾਂ ਦੇ ਦੱਸੇ ਹੋਏ ਮੈਂ ਸੋਚਿਆ 6 ਮਹੀਨੇ ਵੀ ਛੱਡ ਦਈਏ, ਜੇ 1 ਸਾਲ ਦੇ ਵਿੱਚ ਵੀ ਮੈਨੂੰ ਮਾਲਕ ਦੇ ਦਰਸ਼ਨ ਦੀਦਾਰੇ ਹੋ ਜਾਣ, ਮੈਂ ਉਹਨਾਂ ਸ਼ਬਦਾਂ ਤੱਕ ਪਹੁੰਚ ਜਾਵਾਂ, ਤਾਂ ਗੁਰਮੁਖ ਪਿਆਰਿਓ ਬੜੀ ਅਚਰਜ ਗੱਲ ਹੋਏਗੀ, ਮੈਂ ਭਾਗਾਂ ਵਾਲਾ ਹੋਵਾਂਗਾ। ਮੈਂ ਆਪਣਾ 1 ਸਾਲ ਦਾ ਟੀਚਾ ਲੈ ਕੇ ਮਨ ਦੇ ਵਿੱਚ ਦ੍ਰਿੜ ਵਿਸ਼ਵਾਸ ਬਣਾ ਲਿਆ। ਫਿਰ ਉਹਨਾਂ ਤੋਂ ਪੁੱਛਣਾ, ਗੁਰਮੁਖੋ ਹੁਣ ਮੈਨੂੰ ਕਰਨਾ ਕੀ ਪਏਗਾ। ਫਿਰ ਉਹਨਾਂ ਗੁਰਮੁਖਾਂ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਵੱਧ ਤੋਂ ਵੱਧ ਸਿਮਰਨ ਕਰਨਾ ਪਏਗਾ, ਸਿਮਰਨ ਵੀ ਸਾਸ 'ਤੇ ਗੁਰਾਸ ਕਰਨਾ ਪਏਗਾ,
ਸਿਮਰਨ ਦਿਨ ਤੇ ਰਾਤ ਕਰਨਾ ਪਏਗਾ। ਗੁਰਮੁਖ ਪਿਆਰਿਓ, ਦਾਸ ਨੇ ਕਬੂਲ ਕਰ ਲਿਆ ਕਿ ਜਿੱਦਾਂ ਵੀ ਕਹੋਗੇ, ਜਿੰਨਾ ਚਿਰ ਕਹੋਗੇ ਮੈਂ ਕਰੂੰਗਾ। ਅਤੇ ਫਿਰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਮੋਗੇ ਜਾਣਾ ਪੈਣਾ। ਮੋਗੇ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉੱਥੇ 2-2 ਘੰਟਿਆਂ ਦੀਆਂ ਕਲਾਸਾਂ ਲੱਗਦੀਆਂ ਨੇ। ਕਲਾਸਾਂ ਦੇ ਵਿੱਚ ਬਿਠਾ ਕੇ ਤੁਹਾਡੇ ਕੋਲੋਂ ਸਿਮਰਨ ਅਭਿਆਸ ਕਰਵਾਇਆ ਜਾਂਦਾ ਹੈ। ਗੁਰਮੁਖ ਪਿਆਰਿਓ, ਦਾਸ ਨੇ ਇਹ ਵੀ ਕਬੂਲ ਕਰ ਲਿਆ। ਜਦੋਂ ਕਿ ਮੇਰੇ ਘਰ ਤੋਂ 150 ਕਿਲੋਮੀਟਰ ਦੀ ਦੂਰੀ ਪੈਂਦੀ ਹੈ ਮੋਗੇ ਦੀ, ਪਰ ਲੇਕਿਨ ਗੁਰਮੁਖ ਪਿਆਰਿਓ, ਮੈਨੂੰ 150 ਕਿਲੋਮੀਟਰ ਬਿਲਕੁਲ ਨੇੜੇ ਲੱਗਿਆ। ਪਰ ਇਹ ਗੱਲਾਂ ਕਰਦੇ ਕਰਦੇ ਸਾਡੇ 15 ਮਿੰਟ ਹੋਰ ਗੁਜ਼ਰੇ। ਸਾਨੂੰ ਚਾਹ ਆ ਗਈ, ਚਾਹ ਪੀ ਲਈ। ਚਾਹ ਪੀਣ ਤੋਂ ਬਾਅਦ ਬਾਥਰੂਮ ਚਲੇ ਗਏ। ਵਾਪਸ ਆਏ। ਇੱਕ ਉਸ ਆਵਾਜ਼ ਵੱਲੋਂ, ਉਹ ਮੇਰੇ ਡਾਢੇ ਵੱਲੋਂ, ਉਸ ਪ੍ਰੀਤਮ ਵੱਲੋਂ ਇੱਕ ਆਵਾਜ਼ ਆਈ ਗੁਰਮੁਖ ਪਿਆਰਿਓ, ਜਿਨ੍ਹਾਂ ਨੂੰ ਗੁਰਮੁਖ ਅੱਧਾ ਘੰਟਾ ਪਹਿਲਾਂ ਦੱਸ ਕੇ ਹਟੇ ਸੀ ਕਿ ਇਸ ਨੂੰ ਨਾਮ ਕਹਿੰਦੇ ਹੈ, ਇਹ ਅਨਹਦ ਧੁਨ ਕਹਿੰਦੇ ਹੈ, ਸ਼ਬਦ ਕਨੇਰੇ ਕਹਿੰਦੇ ਹੈ। ਇਹਦੀ ਆਵਾਜ਼ ਆਉਂਦੀ ਹੈ ਜਿੱਦਾਂ ਚਿੜੀਆਂ ਚੂਕਦੀਆਂ ਨੇ, ਬੰਸਰੀ ਵੱਜਦੀ ਹੈ, ਬਗੈਰ ਵਜਾਏ ਤਬਲਾ ਵੱਜਦਾ, ਢੋਲਕ ਵੱਜਦੀ ਹੈ, ਹਾਰਮੋਨੀਅਮ ਵੱਜਦਾ ਹੈ। ਜਿੱਦਾਂ ਜਿੱਦਾਂ ਗੁਰਮੁਖਾਂ ਨੇ ਮੈਨੂੰ ਦੱਸਿਆ ਸੀ ਗੁਰਮੁਖ ਪਿਆਰੇ, ਇਹ ਉਹ ਆਵਾਜ਼ ਤਾਂ ਆਉਣੀ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਆਵਾਜ਼ ਆਈ ਸੀ ਵੈਸੇ, ਜਿਸ ਮੈਨੂੰ ਸੁਣਿਆ, ਅਨੁਭਵ ਹੋਇਆ ਕਿ ਮੈਂ ਕਿਸੇ ਟਾਈਮ ਬਾਉਂਡ ਨਹੀਂ ਹਾਂ ਤੁਹਾਨੂੰ ਮਿਲਣ ਦੇ ਲਈ। ਮੈਂ ਕਿਹਾ, ਪਿਤਾ ਜੀ ਕਿਉਂ? ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਮਾਲਕ ਨੂੰ ਪਾਇਆ। ਫਿਰ ਸ਼ਬਦ ਗਾਇਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਆਵਾਜ਼ ਆਉਣ ਤੋਂ ਬਾਅਦ ਗੁਰਮੁਖੋ ਇਹ ਆਵਾਜ਼ ਬੰਦ ਹੋਈ ਅਤੇ ਨਾਲ ਦੀ ਨਾਲ ਜਿਹਨੂੰ ਆਪਾਂ ਸਹਿਜ ਧੁਨ ਕਹਿੰਦੇ ਹਾਂ, ਉਸੇ ਵੇਲੇ ਚੱਲਣੀ ਸ਼ੁਰੂ ਹੋ ਗਈ। ਉਹ ਮੇਰਾ ਡਾਢਾ, ਉਹ ਮੇਰਾ ਮਾਲਕ ਬੜਾ ਹੀ ਦਿਆਲੂ ਅਤੇ ਬੜਾ ਹੀ ਕਿਰਪਾਲੂ ਹੈ। ਦਾਸ ਨੇ 6 ਮਹੀਨੇ ਛੱਡ ਕੇ ਸਾਲ ਦੇ ਉੱਤੇ ਆਸ਼ਾ ਰੱਖੀ ਸੀ, ਪਰ ਇੱਥੇ ਸੱਚ ਹੈ ਗੁਰਮੁਖ ਪਿਆਰਿਓ, ਸੱਚ ਹੈ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੈ। ਕੱਲੀ ਕੱਲੀ ਚੀਜ਼ ਸੱਚ ਹੈ। ਜੇ ਪਾਤਸ਼ਾਹ ਨੇ ਆਖੀ ਹੈ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਮੁਖ ਪਿਆਰਿਓ, ਪ੍ਰੇਮ ਦੀ ਤਾਂਘ ਪੈਦਾ ਹੋਈ ਸੀ, ਅਤੇ ਤਾਂਘ ਪੈਦਾ ਹੋਈ ਨੂੰ ਵੀ ਕਿੰਨੀ ਦੇਰ ਹੋਈ ਸੀ? 1 ਘੰਟਾ। 1 ਘੰਟਾ ਤੇ ਪਹਿਲਾਂ ਵਿਚਾਰ ਹੀ ਸੁਣੇ ਸੀ ਨਾ। 1 ਘੰਟਾ ਤਾਂਘ ਪੈਦਾ ਹੋਈ ਸੀ। 1 ਘੰਟੇ ਦੇ ਵਿੱਚ ਮੇਰੇ ਉਸ ਪਿਤਾ ਪਰਮਾਤਮਾ ਨੇ ਆਪਣੇ ਮੁਖ ਦੀ ਆਵਾਜ਼, ਜਿਸ ਨੂੰ ਨਾਮ ਕਹਿ ਰਿਹਾ, ਉਹ ਪ੍ਰਗਟ ਕਰ ਦਿੱਤੀ ਗੁਰਮੁਖ ਪਿਆਰਿਓ। ਜਿਸ ਨੂੰ ਨਾਦ ਕਹਿੰਦੇ ਹੈ, ਅਨਹਦ ਨਾਦ ਕਹਿੰਦੇ ਹੈ, 1 ਘੰਟੇ ਦੇ ਵਿੱਚ ਉਹ ਪ੍ਰਗਟ ਕਰਕੇ ਦਿਖਾ ਦਿੱਤਾ। ਜਦੋਂ ਦਾਸ ਨੇ ਫਿਰ ਦੁਬਾਰਾ ਗੁਰਮੁਖਾਂ ਦੇ ਨਾਲ ਗੱਲ ਕੀਤੀ ਕਿ ਗੁਰਮੁਖੋ, ਤੁਸੀਂ ਤੇ ਕਹਿ ਰਹੇ ਸੀ ਸਾਲ ਜਾਂ 6 ਮਹੀਨੇ ਦੇ ਵਿੱਚ ਇਹ ਪ੍ਰਗਟ ਹੋਣੇ ਆ। ਦਾਸ ਨੂੰ ਤੇ ਇਹ ਪ੍ਰਗਟ ਵੀ ਹੋ ਗਏ। ਗੁਰਮੁਖੋ, ਫਿਰ ਉਹਨਾਂ ਗੁਰਮੁਖਾਂ ਨੇ ਬੜੇ ਖੁਸ਼ ਹੋਏ, ਬੜੇ ਖੁਸ਼ ਹੋ ਕੇ ਦਾਸ ਦੇ ਮੋਢੇ 'ਤੇ ਹੱਥ ਰੱਖ ਕੇ ਥਾਪੀ ਦਿੱਤੀ ਅਤੇ ਦਾਸ ਨੂੰ ਸਮਝਾਇਆ ਕਿ ਇਹ ਤੁਹਾਡੇ ਪੂਰਬਲੇ ਕਰਮਾਂ ਦਾ ਲੇਖਾ ਜੋਖਾ ਹੈ। ਤੁਹਾਡੇ ਕੋਲੇ ਆਪਣਾ ਜੋ ਨਾਮ ਧਨ ਸੀ ਉਹ ਬਹੁਤ ਪਿਆ ਹੋਇਆ ਸੀ। ਨਾਮ ਧਨ ਪਏ ਹੋਣ ਦੇ ਕਰਕੇ ਤੁਹਾਨੂੰ ਬਹੁਤ ਜਲਦੀ ਹੀ ਸ਼ਬਦ ਪ੍ਰਗਟ ਹੋ ਗਏ। ਗੁਰਮੁਖ ਪਿਆਰਿਓ, ਉਸ ਮੇਰੇ ਡਾਢੇ ਨੇ ਐਡੀ ਵੱਡੀ ਕਿਰਪਾ ਕੀਤੀ। ਫਿਰ ਕੀ ਸੀ, ਬਸ ਬੜਾ ਚਾਅ ਹੋਇਆ ਮਨ ਦੇ ਵਿੱਚ। ਫਿਰ ਬਸ ਜਿੱਦਾਂ ਗੁਰਮੁਖਾਂ ਨੇ ਦੱਸਿਆ ਸੀ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। 2 ਦਿਨ ਉੱਥੇ ਰੁਕੇ, ਉਹਨਾਂ ਦੇ ਨਾਲ ਸਿਮਰਨ ਕੀਤਾ। ਉਸ ਤੋਂ ਬਾਅਦ ਘਰ ਆਏ। ਘਰ ਆ ਕੇ ਮੋਗੇ ਨੂੰ ਚਾਲੇ ਪਾ ਦਿੱਤੇ ਗਏ। 15 ਕੁ ਦਿਨਾਂ ਦੇ ਵਿੱਚ ਗੁਰਮੁਖ ਪਿਆਰਿਓ, ਹਰ ਰਸ ਨਾਮ ਰਸ ਅੰਮ੍ਰਿਤ ਰਸ ਤੱਕ ਤੇ ਕਹਾਣੀ ਪਹੁੰਚੀ। ਉਸ ਤੋਂ ਬਾਅਦ ਉੱਥੇ ਭਾਈ ਸਾਹਿਬ ਨੂੰ ਬੇਨਤੀ ਕੀਤੀ। ਉੱਥੋਂ ਦੇ 2 ਸਿੰਘ ਨਾਲ ਲਈ ਘਰ ਲੈ ਕੇ ਆ ਗਏ। ਘਰ ਸਹਿਜ ਪਾਠ ਆਰੰਭ ਕਰਵਾਇਆ। ਉਹਨਾਂ ਨੇ 1 ਹਫ਼ਤਾ ਸਹਿਜ ਪਾਠ ਕੀਤਾ। ਦਿਨੇ ਸਹਿਜ ਪਾਠ ਕਰਨਾ ਅਤੇ ਸ਼ਾਮ ਅਤੇ ਸੁਬਾਹ ਦੋਵੇਂ ਟਾਈਮ ਉਹਨਾਂ ਨੇ ਅਕਥ ਕਥਾ ਅਤੇ ਸਿਮਰਨ ਕਰਵਾਉਣਾ। ਹੋਰ ਵੀ ਅਵਸਥਾ ਬਣ ਗਈ, ਹੋਰ ਵੀ ਮਨ ਦੇ ਵਿੱਚ ਪਿਆਰ ਜਗ ਆਇਆ। ਗੱਲ ਮੁਕਤੀ ਕਰੋ।
ਉਸ ਤੋਂ ਬਾਅਦ ਮਾਲਕ ਦੇ ਜਦੋਂ ਨੇਤਰ ਬੰਦ ਕਰਕੇ ਬਹਿ ਜਾਂਦੇ ਸੀਗੇ ਤਾਂ ਮਾਲਕ ਦੇ ਦਰਸ਼ਨ ਦੀਦਾਰੇ ਹੋਣੇ ਸ਼ੁਰੂ ਹੋ ਗਏ। ਅਤੇ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਕਿ ਮੈਨੂੰ ਅੱਗੋਂ ਦੀ ਕਹਾਣੀ ਦੱਸੋ। ਉਹਨਾਂ ਨੇ ਅੱਗੋਂ ਦੱਸਣ ਦੀ ਕਹਾਣੀ ਨਾ ਕਰ ਦਿੱਤੀ ਕਿ ਬਾਕੀ ਦੀ ਕਹਾਣੀ ਹੁਣ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੇਗਾ ਜਦੋਂ ਤੁਸੀਂ ਉੱਥੇ ਜਾ ਕੇ ਅੰਮ੍ਰਿਤ ਦਾ ਵਾਟਾ ਲਓਗੇ ਅਤੇ ਤੁਹਾਡੇ 'ਤੇ ਬਹੁਤ ਵੱਡੀ ਕਿਰਪਾ ਹੋਊਗੀ। ਤੁਸੀਂ ਹੁਣ ਇਸੇ ਤਰੀਕੇ ਨਾਲ ਨਾਮ ਨੂੰ ਜਪਦੇ ਜਾਓ। ਵਿਸ਼ਵਾਸ ਬਣਾ ਕੇ ਰੱਖੋ, ਆਪਣਾ ਵਿਸ਼ਵਾਸ ਨਹੀਂ ਤੋੜਨਾ। ਗੁਰਮੁਖ ਪਿਆਰਿਓ, ਫਿਰ ਸਿਆਣੇ ਕਹਿੰਦੇ ਹੁੰਦੇ ਆ ਕਿ ਜਿੱਦਾਂ ਦਾ ਜੀਵ ਆਪ ਹੁੰਦਾ ਉੱਦਾਂ ਦੇ ਜੀਵਾਂ ਦੇ ਨਾਲ ਸਤਸੰਗ ਹੋਣਾ ਸ਼ੁਰੂ ਹੋ ਜਾਂਦਾ, ਉੱਦਾਂ ਦੇ ਜੀਵ ਦੂਰੋਂ ਮਿਲਣੇ ਸ਼ੁਰੂ ਹੋ ਜਾਂਦੇ ਆ। ਦਾਸ ਨੇ ਵੈਸੇ ਵੀ ਮੋਬਾਈਲ 'ਤੇ ਕੱਢਣੇ ਸ਼ੁਰੂ ਕਰ ਦਿੱਤੇ, ਲੱਭਣਾ ਸ਼ੁਰੂ ਕਰ ਦਿੱਤਾ ਕਿ ਕੌਣ ਕਿੱਥੋਂ ਇੱਦਾਂ ਦਾ ਕੋਈ ਭਗਤ ਹੈ। ਭਾਈ ਲਖਵੀਰ ਸਿੰਘ ਦਾ ਪਤਾ ਲੱਗਿਆ, ਫਰੀਦਕੋਟ ਵਾਲਿਆਂ ਦਾ, ਉਹਨਾਂ ਦੀ ਕਥਾ ਵਿਚਾਰ ਵੀ ਸੁਣ ਲੈਣੀ। ਫਿਰ ਉਹਨਾਂ ਹੀ ਗੁਰਮੁਖਾਂ ਕੋਲੋਂ ਪਤਾ ਲੱਗਿਆ ਕਿ ਭਾਈ ਧਰਮਜੀਤ ਸਿੰਘ ਵੀ ਜਗਰਾਵਾਂ ਦੇ ਵਿੱਚ ਹੈਗੇ ਆ। ਭਾਈ ਧਰਮਜੀਤ ਸਿੰਘ ਕੋਲੇ ਜਾਣ ਦਾ ਮੂਡ ਬਣਾ ਲਿਆ, ਚਲੇ ਗਏ ਉਹਨਾਂ ਦੇ ਕੋਲ। ਪਰ ਭਾਈ ਸਾਹਿਬ ਕੋਲ ਜਾ ਕੇ ਗਏ, ਸ਼ਾਮ ਦਾ ਟਾਈਮ ਸੀ, ਉਹਨਾਂ ਨੂੰ ਮਿਲੇ ਜਾ ਕੇ। ਉਹਨਾਂ ਨੇ ਬੜੀ ਇੱਜ਼ਤ ਆਓ ਭਗਤ ਕੀਤੀ, ਬਹਿ ਕੇ ਪਿਆਰ ਦੀਆਂ ਗੱਲਾਂ ਸਮਝਾਈਆਂ। ਫਿਰ ਉਹਨਾਂ ਨੇ ਆਖਿਆ, ਗੁਰਮੁਖੋ ਹੁਣ ਤੁਸੀਂ ਸਵੇਰੇ ਆਇਓ ਸਾਡੇ ਕੋਲ। ਉਸ ਦਿਨ ਸ਼ਾਮ ਨੂੰ ਗੁਰਮੁਖੋ ਫਿਰ ਮੋਗੇ ਚਲੇ ਗਏ। ਦੂਜੇ ਦਿਨ ਭਾਈ ਸਾਹਿਬ ਕੋਲੇ ਆਏ। ਫਿਰ ਭਾਈ ਸਾਹਿਬ ਕੋਲੇ 3-4 ਦਿਨ ਰਹਿਣ ਦਾ ਸਬੱਬ ਬਣ ਗਿਆ। ਭਾਈ ਸਾਹਿਬ ਕਥਾ ਕਰਨ ਜਾਂਦੇ ਲੁਧਿਆਣਾ, ਉਹਨਾਂ ਦੇ ਨਾਲ ਹੀ ਚਲੇ ਜਾਣਾ। ਫਿਰ ਇੱਕ ਦਿਨ ਐਤਵਾਰ ਆ ਗਿਆ ਵਿੱਚ ਨੂੰ। ਐਤਵਾਰ ਨੂੰ ਭਾਈ ਸਾਹਿਬ ਦੇ ਅਸਥਾਨ ਦੇ ਉੱਤੇ, ਉਦੋਂ ਬਿਲਕੁਲ ਅਸਥਾਨ ਛੋਟਾ ਜਿਹਾ ਸੀ, ਕਥਾ ਹੋਣੀ ਸੀ ਐਤਵਾਰ ਨੂੰ। ਸ਼ਨਿਚਰਵਾਰ ਨੂੰ ਸ਼ਾਮ ਨੂੰ ਅਸੀਂ ਆਪੋ ਆਪਣੇ ਬਿਸਤਰਿਆਂ 'ਤੇ ਬੈਠੇ ਇੱਦਾਂ ਹੀ ਮਾਲਕ ਦੀਆਂ ਗੱਲਾਂ ਵਿਚਾਰਾਂ ਕਰ ਰਹੇ ਸੀਗੇ ਤਾਂ ਭਾਈ ਸਾਹਿਬ ਨੇ ਅਵਸਥਾ ਪੁੱਛਣੀ ਸ਼ੁਰੂ ਕੀਤੀ ਕਿ ਗੁਰਮੁਖੋ ਕਿੱਥੇ ਕਿੱਥੇ ਪਹੁੰਚ ਗਏ, ਕੀ ਕੁਝ ਪ੍ਰਾਪਤ ਹੋ ਗਿਆ। ਜੋ ਕੁਝ ਪ੍ਰਾਪਤ ਹੋਇਆ ਸੀ ਉਹ ਗੁਰਮੁਖਾਂ ਨੂੰ ਦੱਸਿਆ। ਪੁੱਛਦੇ ਗਏ, ਸ਼ਬਦ ਸੁਣਦੇ ਆ, ਕਿਹੜੇ ਸੁਣਦੇ ਆ, ਕਿੱਦਾਂ ਸੁਣਦੇ ਆ, ਸਾਰੇ ਦੱਸੇ। ਹਰ ਰਸ ਨਾਮ ਰਸ ਬਾਰੇ ਪੁੱਛਿਆ, ਉਹ ਦੱਸਿਆ। ਫਿਰ ਪੁੱਛਿਆ ਕਿ ਜਦੋਂ ਨੇਤਰ ਬੰਦ ਕਰਕੇ ਬਹਿ ਜਾਂਦੇ ਹੋ ਉਦੋਂ ਕਿੰਨੀ ਦੇਰ ਦੇ ਵਿੱਚ ਪ੍ਰਕਾਸ਼ ਦੇ ਦਰਸ਼ਨ ਕਰਦੇ ਹੋ, ਉਹ ਵੀ ਦੱਸਿਆ। ਫਿਰ ਪੁੱਛਿਆ, ਕਹਿੰਦੇ ਕਦੇ ਦਿਨ ਦੇ ਵਿੱਚ ਵੀ ਮਾਲਕ ਦੇ ਦਰਸ਼ਨ ਕੀਤੇ। ਮੈਂ ਆਖਿਆ, ਗੁਰਮੁਖੋ ਦਿਨ ਦੇ ਵਿੱਚ ਤਾਂ ਸੂਰਜ ਦਾ ਬੜਾ ਪ੍ਰਕਾਸ਼ ਹੁੰਦਾ, ਪਰ ਭਾਈ ਸਾਹਿਬ ਕਹਿੰਦੇ ਨਹੀਂ, ਦਿਨ ਦੇ ਵਿੱਚ ਵੀ ਕਹਿੰਦੇ ਪ੍ਰਕਾਸ਼ ਦੇ ਦਰਸ਼ਨ ਕਰਨੇ ਹੁੰਦੇ ਆ। ਮੈਂ ਕਿਹਾ ਵੀ ਮੈਂ ਦਿਨ ਦੇ ਵਿੱਚ ਤਾਂ ਕਦੇ ਪ੍ਰਕਾਸ਼ ਦੇ ਦਰਸ਼ਨ ਨਹੀਂ ਕੀਤੇ ਗੁਰਮੁਖੋ। ਫਿਰ ਮੈਂ ਤਾਂ ਅਧੂਰਾ ਰਹਿ ਗਿਆ, ਮੈਂ ਤਾਂ ਆਪਣੇ ਆਪ ਨੂੰ ਪੂਰਾ ਸਮਝ ਬੈਠਾ ਸੀ ਗੁਰਮੁਖੋ। ਮੈਂ ਆਪਣੇ ਆਪ ਨੂੰ ਪੂਰਾ ਸਮਝ ਬੈਠਾ ਸੀ ਕਿ ਮੈਂ ਪੂਰਾ, ਪਰ ਮੈਨੂੰ ਪਤਾ ਲੱਗਿਆ ਮੈਂ ਅਧੂਰਾ। ਮੈਂ ਭਾਈ ਸਾਹਿਬ ਨੂੰ ਪੁੱਛਿਆ ਕਿ ਕੋਈ ਨਾ ਕੋਈ ਵਿਧੀ ਜੁਗਤੀ ਦੱਸੋ। ਉਹ ਕਹਿੰਦੇ ਕੋਈ ਗੱਲ ਨਹੀਂ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨਗੇ। ਜੇ ਤੁਹਾਡੇ ਅੰਦਰ ਇੰਨੀ ਤਾਂਘ ਹੈ ਮਿਲਣ ਦੀ ਤਾਂ ਮਾਲਕ ਛੇਤੀ ਹੀ ਕਿਰਪਾ ਕਰਦੇ ਆ। ਫਿਰ ਗੁਰਮੁਖ ਪਿਆਰਿਓ, ਉੱਥੇ ਇਹ ਵੀ ਪ੍ਰਤੱਖ ਹੋਇਆ, ਇਹ ਵੀ ਸੱਚ ਹੋ ਗਿਆ, ਯਕੀਨ ਹੋ ਗਿਆ। ਪਾਤਸ਼ਾਹ ਗੁਰਬਾਣੀ ਦੇ ਵਿੱਚ ਕਹਿੰਦੇ ਹੈ, ਹਰ ਜਨ ਹਰ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜੀਓ, ਜਲ ਹੀ ਵਿਖੈ ਸਮਾਹੇ। ਉੱਥੇ ਪਤਾ ਲੱਗਿਆ ਗੁਰਮੁਖ ਪਿਆਰਿਓ, ਹਰੀ ਤੇ ਹਰੀ ਦੇ ਜਨ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਉਹਨਾਂ ਨੇ ਆਖਿਆ ਕਿ ਮਾਲਕ ਕਿਰਪਾ ਕਰਨਗੇ। ਦੂਜਾ ਦਿਨ ਚੜ੍ਹਿਆ, ਦੂਜੇ ਦਿਨ ਆ ਕੇ ਅਸਥਾਨ ਦੇ ਉੱਤੇ ਕਥਾ ਹੋਈ, ਆਰੰਭ ਹੋ ਗਈ ਸੀ। ਗੁਰਮੁਖ ਪਿਆਰਿਓ 15 ਕੁ ਮਿੰਟ ਹੋਏ ਸੀ ਕਥਾ ਆਰੰਭ ਹੋਈ ਨੂੰ। ਅਚਾਨਕ ਬੈਠੇ ਬੈਠੇ ਪ੍ਰਕਾਸ਼ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ। ਮੈਂ ਪਹਿਲਾਂ ਕਦੇ ਕੀਤੇ ਨਹੀਂ ਸੀ, ਨਾ ਕੀਤੇ ਕਰਨ ਕਰਕੇ ਪਤਾ ਨਹੀਂ ਸੀ ਇਹ ਕੀ ਹੈ, ਅਤੇ ਉਹ ਰਾਤ ਵਾਲੀ ਗੱਲ ਵੀ ਯਾਦ ਨਹੀਂ ਸੀ। ਫਿਰ ਗੁਰਮੁਖ ਪਿਆਰਿਓ ਉੱਠਿਆ, ਉੱਠ ਕੇ ਜਾ ਕੇ ਬਾਥਰੂਮ ਗਿਆ, ਅੱਖਾਂ ਸਾਫ਼ ਕੀਤੀਆਂ, ਅੱਖਾਂ ਸਾਫ਼ ਕਰਕੇ ਫਿਰ ਦੇਖਿਆ, ਫਿਰ ਉਹ ਗੱਲ ਯਾਦ ਆ ਗਈ ਭਾਈ ਸਾਹਿਬ ਵਾਲੀ। ਮਨ ਦੇ ਵਿੱਚ ਚਾਹ ਹੋ ਗਿਆ, ਮੂੰਹ ਸਾਫ਼ ਕੀਤਾ, ਆ ਕੇ ਫਿਰ ਬੈਠ ਗਿਆ, ਫਿਰ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ। ਫਿਰ ਗੁਰਮੁਖ ਪਿਆਰਿਓ ਰਹਿ ਨਹੀਂ ਹੋਇਆ,
ਚਲਦੀ ਕਥਾ ਦੇ ਵਿੱਚ ਭਾਈ ਸਾਹਿਬ ਦੇ ਕੋਲ ਗਿਆ। ਭਾਈ ਸਾਹਿਬ ਨੂੰ ਜਾ ਕੇ ਦੱਸਿਆ ਕਿ ਵੀਰ ਜੀ ਕਿਰਪਾ ਹੋ ਗਈ। ਤਾਂ ਭਾਈ ਸਾਹਿਬ ਵੀ ਜਾਣੀ ਜਾਣ ਸੀ। ਉਹਨਾਂ ਨੇ ਆਖਿਆ ਗੁਰਮੁਖੋ ਬਹਿ ਜੋ, ਮੈਨੂੰ ਪਤਾ ਲੱਗ ਗਿਆ। ਪਰ ਗੁਰਮੁਖੋ ਜਦੋਂ ਇਹਨਾਂ ਗੁਰਮੁਖਾਂ ਭਾਈ ਸਾਹਿਬ ਨੇ ਆਖਿਆ ਬਹਿ ਜੋ ਮੈਨੂੰ ਪਤਾ ਲੱਗ ਗਿਆ, ਮਨ ਦੇ ਵਿੱਚ ਫਿਰ ਸ਼ੰਕਾ ਆ ਗਈ ਕਿ ਮੈਂ ਤੇ ਭਾਈ ਸਾਹਿਬ ਨੂੰ ਕੋਈ ਗੱਲ ਹੀ ਨਹੀਂ ਦੱਸੀ, ਇਹਨਾਂ ਨੂੰ ਕੀ ਪਤਾ ਲੱਗ ਗਿਆ, ਇਹ ਨਹੀਂ ਹੋ ਸਕਦਾ। ਪਰ ਨਹੀਂ ਗੁਰਮੁਖ ਪਿਆਰਿਓ, ਭਾਈ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ। ਭਾਈ ਸਾਹਿਬ ਨੇ ਫਿਰ ਮੈਨੂੰ ਆਖਿਆ ਗੁਰਮੁਖੋ ਬਹਿ ਜੋ, ਕੋਈ ਗੱਲ ਨਹੀਂ, ਮੈਨੂੰ ਪਤਾ ਲੱਗ ਗਿਆ। ਮੈਂ ਤੀਜੀ ਵਾਰ ਫਿਰ ਆਖਿਆ ਕਿ ਗੁਰਮੁਖੋ ਨਹੀਂ, ਜਿੰਨੀ ਦੇਰ ਮੈਨੂੰ ਦੱਸਦੇ ਨਹੀਂ ਹੈਗੇ ਕਿ ਤੁਹਾਨੂੰ ਕੀ ਪਤਾ ਲੱਗ ਗਿਆ, ਮੈਂ ਬਹਿਣਾ ਨਹੀਂ। ਫਿਰ ਭਾਈ ਸਾਹਿਬ ਨੇ ਆਸਤਾ ਜੇ ਕਰਕੇ ਮੇਰੇ ਮੋਢੇ 'ਤੇ ਹੱਥ ਰੱਖਿਆ ਅਤੇ ਆਖਿਆ ਕਿ ਪ੍ਰਕਾਸ਼ ਹੋ ਗਿਆ। ਫਿਰ ਗੁਰਮੁਖ ਪਿਆਰਿਓ ਮੇਰੇ ਹੱਥ ਜੁੜ ਗਏ ਅਤੇ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਰਹੀ। ਇਸ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੇ ਬੜੇ ਹੀ ਕਿਰਪਾਲੂ ਦਾਸ ਕਹਿੰਦਾ ਹੁੰਦਾ ਹੈ, ਬੜੇ ਹੀ ਦਿਆਲੂ ਦਾਸ ਕਹਿੰਦਾ ਹੁੰਦਾ ਹੈ, ਮੇਰੇ ਪਿਤਾ ਦੇ ਘਰ ਦੇਰ ਨਹੀਂ ਅੰਧੇਰ ਨਹੀਂ ਹੈ, ਦੇਰ ਹੈ। ਗੁਰਮੁਖ ਪਿਆਰਿਓ ਦੇਰ ਕਿੰਨੀ ਦੇਰ ਹੈ? ਸਿਰਫ ਓਨੀ ਦੇਰ ਹੈ, ਉਹ ਸਾਡੇ ਪਿਆਰ 'ਤੇ ਡਿਪੈਂਡ ਹੈ। ਅਸੀਂ ਕਿੰਨਾ ਕੁ ਪਿਆਰ ਦੇ ਵਿੱਚ ਭਿੱਜ ਕੇ ਆਵਾਜ਼ਾਂ ਮਾਰਦੇ ਹਾਂ, ਕਿੰਨਾ ਕੁ ਜਲਦੀ ਅਸੀਂ ਆਪਣੇ ਮਨ ਨੂੰ ਨਿਰਮਲ ਕਰਦੇ ਹਾਂ, ਕਿੰਨਾ ਕੁ ਜਲਦੀ ਗੁਰਮੁਖ ਪਿਆਰਿਓ ਅਸੀਂ ਸਵਾਸਾਂ ਨੂੰ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਂਦੇ ਹਾਂ। ਕੀ ਅਸੀਂ ਫੁਰਨਿਆਂ ਤੋਂ ਰਹਿਤ ਹੋ ਕੇ ਸਿਮਰਨ ਕਰਦੇ ਹਾਂ ਜਾਂ ਅਸੀਂ ਫੁਰਨਿਆਂ ਦੇ ਵਿੱਚ ਹੀ ਸਿਮਰਨ ਕਰਦੇ ਹਾਂ? ਇਹ ਗੁਰਮੁਖ ਪਿਆਰਿਓ ਆਪਣੇ 'ਤੇ ਵੀ ਕਾਫੀ ਡਿਪੈਂਡ ਹੈ। ਇਸ ਕਰਕੇ ਹੁਣ ਆਪਾਂ ਨੇ ਜਦੋਂ ਵੀ ਸਿਮਰਨ ਕਰਨਾ, ਫੁਰਨਿਆਂ ਤੋਂ ਰਹਿਤ ਹੋ ਕੇ ਕਰਨਾ, ਉਸ ਪਿਤਾ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣਾ, ਭਰੋਸਾ ਰੱਖਣਾ। ਗੁਰਮੁਖ ਪਿਆਰਿਓ ਪਰਮਾਤਮਾ ਆਪਣੇ ਅੰਗ ਅਤੇ ਸੰਗ ਹੈ। ਜੇ ਆਸ਼ਾ ਹੈ ਜਿੱਦਾਂ ਦਾਸ ਨੂੰ ਅਕਾਲ ਪੁਰਖ ਵਾਹਿਗੁਰੂ ਬੜੀ ਜਲਦੀ ਮਿਲਾਪ ਹੋਇਆ, ਇੱਦਾਂ ਸਾਰੀਆਂ ਸੰਗਤਾਂ ਦੇ ਨਾਲ ਉਸ ਪਿਤਾ ਪਰਮਾਤਮਾ ਦਾ ਮਿਲਾਪ ਹੋਏਗਾ। ਗੁਰਮੁਖ ਪਿਆਰਿਓ ਹੁਣ ਆਪਣੀ ਵੀਡੀਓ ਆਡੀਓ ਕਾਫੀ ਲੰਮੀ ਹੁੰਦੀ ਜਾਂਦੀ ਹੈ, ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਗੁਰਮੁਖ ਪਿਆਰਿਓ ਇੰਨੀ ਕੁ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਨੇ। ਕਿਉਂਕਿ ਗੁਰਮੁਖ ਪਿਆਰਿਓ ਅਸੀਂ ਭੁੱਲਣਹਾਰ ਹਾਂ। ਉਹ ਮਾਲਕ ਹੀ ਹੈ ਜੋ ਨਹੀਂ ਭੁੱਲਦਾ, ਆਪਾਂ ਭੁੱਲਣਹਾਰ ਹਾਂ, ਸਾਰੇ ਭੁੱਲ ਜਾਂਦੇ ਹਾਂ। ਗੁਰਮੁਖ ਪਿਆਰਿਓ ਭੁੱਲਾਂ ਅਤੇ ਗਲਤੀਆਂ ਗੁਰੂ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਜੋਗੋਂ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।